वाहिगुरु सब जियो। जमन काल जोगी सब कियो, वेदराज ब्रह्म ज्योतियो। जमन काल सब लोग सवारा, नमस्कार है ताहे हमारा। नमस्कार है ताहे हमारा, नमस्कार है ताहे हमारा, नमस्कार है ताहे हमारा, नमस्कार है ताहे हमारा। अल्लाह पाक पाक परवरदिगार अल्लाह, अल्लाह पाक परवरदिगार, अल्लाहू अकबर, वाहिगुरु गॉड भगवान खुदा। अबले अल्लाह नूरे पाया ते कुदरत दे सब बंदे, एक नूर ते सब जग उपजा कौन भले। कौन बंदे लोगा भरम न भूलो भाई, भरम न भूलो भाई। खालक खलक खलक मैं है खाल, पूर रहे हो सर्वथाई, पूर रहे हो सर्वथाई। विश्वास किथों आवे, विश्वास किथों आवे। जिस खेड नूं निरंकार अकाल पुरख वाहिगुरू जी सतगुरु जी, जिस निरंकार अकाल पुरख वाहिगुरू जी नाल प्रीत करन बारे सतगुरु जी सानू मशवरा दिंदे, हमेशा ही सलाह दिंदे। ਉਹ ਸਾਨੂੰ ਦਿਸਦੇ ਕਿਤੇ ਨਹੀਂ, ਉਹਨਾਂ ਨਾਲ ਸਾਡੀ ਗੱਲ ਨਹੀਂ ਹੁੰਦੀ, ਉਹ ਸਾਡੇ ਸਾਹਮਣੇ ਬਹਿੰਦੇ ਨਹੀਂ, ਉਹਨਾਂ ਨੂੰ ਅਸੀਂ ਮੱਥਾ ਨਹੀਂ ਟੇਕ ਸਕਦੇ, ਉਹਨਾਂ ਨੂੰ ਦੁੱਖ ਨਹੀਂ ਦੱਸ ਸਕਦੇ, ਉਹਨਾਂ ਨੂੰ ਆਪਣੀਆਂ ਤਕਲੀਫਾਂ ਨਹੀਂ ਦੱਸ ਸਕਦੇ, ਉਹਨਾਂ ਤੋਂ ਕੰਮ ਨਹੀਂ ਕਰਵਾ ਸਕਦੇ, ਉਹਨਾਂ ਨੂੰ ਉਂਗਲਾਂ ਤੇ ਨਹੀਂ ਨਚਾ ਸਕਦੇ, ਉਹਨਾਂ ਕੋਲੇ ਰੋ ਨਹੀਂ ਸਕਦੇ। ਵਾਹਿਗੁਰੂ ਜੀ ਕੋਲ, ਅੱਲਾਹ ਪਾਕ ਪਰਵਰਦਿਗਾਰ ਕੋਲ ਫਿਰ ਸਾਡੀ ਸਾਂਝ ਕਿਵੇਂ ਬਣੇ। ਫਿਰ ਵਾਹਿਗੁਰੂ ਜੀ ਨਾਲ ਸਾਂਝ ਕਿਵੇਂ ਬਣੇ। ਉਸਨੇ ਸਾਰਾ ਕੁਝ ਪੈਦਾ ਕੀਤਾ ਹੋਇਆ ਤੇ ਸਾਡਾ ਵੀ ਦਿਲ ਕਰਦਾ ਸਾਡੇ ਕੋਲੇ ਵੀ ਕੁਝ ਹੋਵੇ, ਸਾਡੇ ਕੋਲੇ ਵੀ ਕੁਝ ਹੋਵੇ, ਸਾਡੇ ਕੋਲੇ ਵੀ ਹੋ ਜੇ। ਅਸੀਂ ਧਾਰਮਿਕ ਤਾਂ ਬਣੀਏ ਜੇ ਸਾਨੂੰ ਕੁਝ ਮਿਲੇ। ਤੇ ਸੱਚੀ ਗੱਲ ਇਹ ਹੈ, ਸਭ ਨੂੰ ਪਤਾ, ਸਭ ਨੂੰ ਪਤਾ, ਸਭ ਨੂੰ ਪਤਾ ਐਵੇਂ ਕਹਾਣੀ। ਸਾਨੂੰ ਕੁਝ ਮਿਲੇ, ਸਾਨੂੰ ਕੁਝ ਮਿਲੇ, ਸਾਨੂੰ ਕੁਝ ਮਿਲੇ, ਸਾਨੂੰ ਕੁਝ ਮਿਲੇ, ਬਸ ਇੱਕੋ ਹੀ ਗੱਲ, ਸਾਨੂੰ ਕੁਝ ਮਿਲੇ, ਪ੍ਰਾਪਤ ਹੋਵੇ। ਆਪਣੇ ਆਪਣੇ ਮਨ ਨੂੰ ਟੋਹ ਕੇ ਵੇਖ ਲੈਣਾ ਕਿ ਇਸ ਤਰ੍ਹਾਂ ਹੀ ਝੂਠ ਤਾਂ ਨਹੀਂ, ਕਿਤੇ ਝੂਠ ਤਾਂ ਨਹੀਂ। ਇਹ ਬ੍ਰਹਮ ਗਿਆਨੀਆਂ ਦਾ ਮੈਂ ਬਾਰ-ਬਾਰ ਕੁਰਬਾਨ ਜਾਂਦਾ ਰਹਿਣਾ ਵੀ ਕਿਸ ਤਰ੍ਹਾਂ ਪਹੁੰਚ ਗਏ ਇੱਥੋਂ ਤੱਕ, ਕਿ ਸਫ਼ਰ ਕਰਨ ਵਿੱਚ ਕਾਮਯਾਬ ਕਿਵੇਂ ਹੋ ਗਿਆ ਇੱਥੋਂ ਤੱਕ ਦਾ। ਇਹ ਤਾਂ ਖੇਡ ਬੜੀ ਔਖੀ, ਇਹ ਤਾਂ ਖੇਡ ਬੜੀ ਔਖੀ। ਕੋਈ ਸਾਹਮਣੇ ਦਿਸਦਾ ਵੀ ਨਹੀਂ, ਉਹਨੂੰ ਅਰਦਾਸਾਂ ਕਰੀ ਜਾਈਏ, ਬੇਨਤੀਆਂ ਕਰੀ ਜਾਈਏ, ਉਹਦਾ ਨਾਮ ਜਪੀ ਜਾਈਏ, ਉਹਦਾ ਨਾਮ ਜਪੀ ਜਾਈਏ, ਦਿਸੇ ਵੀ ਕੁਛ ਨਾ, ਮਿਲੇ ਵੀ ਕੁਛ ਨਾ, ਤੇ ਫੇਰ ਵੀ ਜਪੀ ਚੱਲੀਏ। ਕੋਈ ਬੰਦਾ ਦੁਕਾਨ ਤੇ ਬਵੇ, ਉਹਦੇ 1 ਸਾਲ 2 ਸਾਲ 3 ਸਾਲ 4 5 10 20 30 40 50 ਸਾਲ ਦੁਕਾਨ ਚੱਲੇ ਹੀ ਨਾ, ਤੇ ਉਹ ਬੈਠਾ ਹੀ ਰਵੇ। ਕੋਈ ਉਹ ਇਹੋ ਜਿਹਾ ਸਿਰੜੀ ਬੰਦਾ, ਸਿਰੜੀ ਵਾਲਾ ਸਾਈਂ, ਵਿਚਾਰਾ ਪਤਾ ਨਹੀਂ ਕੌਣ ਸੀ ਤੇ ਕਿੱਦਾਂ ਸੀ। ਉਹਦਾ ਇਤਿਹਾਸ ਹਿੰਦੂ ਸਮਾਜ ਦੇ ਬੰਦੇ ਖੋਜਦੇ। ਸਿਰੜੀ ਵਾਲਾ ਸਾਈਂ ਆਖੇ ਕਿਉਂ ਦੁਨੀਆ ਮੰਨਦੀ, ਦਿੰਦਾ ਕੁਛ, ਜਿਹੜਾ ਉੱਥੇ ਜਾਵੇ ਉਹਨੂੰ ਕੁਛ ਨਾ ਕੁਛ ਦੇ ਕੇ ਤੋਰਦਾ। ਇਹ ਜਿਹੜਾ ਬਾਬਾ, ਜਿਹੜਾ ਨਿਰੰਕਾਰ, ਜਿਹੜਾ ਖੁਦਾ, ਜਿਹੜਾ ਵਾਹਿਗੁਰੂ ਜੀ, ਇਹ ਬੇਪਰਵਾਹ ਹੈ। ਇਹਨੂੰ ਕੋਈ ਲਾਲਚ ਨਹੀਂ, ਸੱਚੀ ਇਹਨੂੰ ਕੋਈ ਲਾਲਚ ਨਹੀਂ। ਇਹ ਨਹੀਂ ਆਂਦਾ ਮੇਰੇ ਵੱਲ ਆਉਣ, ਮੈਨੂੰ ਯਾਦ ਕਰੋ ਤੇ ਫੇਰ ਹੀ ਖੇਡ ਮੇਰੀ ਚੱਲਦੀ। ਇਹ ਸਭ ਮਿਲ ਕੇ ਆਕਣ ਪਾਏ ਤੇ ਵੱਡਾ ਨਾ ਹੋਏ, ਘਾਟ ਤੇ ਜਾਏ ਨਾ, ਉਹ ਮਰੇ ਨਾ ਹੋਵੇ ਸੋਗ। ਦਿੰਦਾ ਰਹੇ ਨੇ ਚੁੱਕੇ ਭੋਗ, ਗੁਣੇ ਹੋ ਹੋਰ ਨਾ ਹੀ ਕੋਏ, ਨਾ ਕੋਹਾ ਨਾ ਕੋਈ, ਕੋਈ ਗੁਣ ਉਹਦੇ ਚ। ਜੇ ਉੱਥੋਂ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਏ, ਕੰਨਾਂ ਦੀਆਂ ਟੀ ਤੇ ਦਿਮਾਗ ਦੀਆਂ ਛਾਂ ਵਾਲੀਆਂ ਬੱਤੀਆਂ ਨਹੀਂ, ਜਾਂ ਕੋਈ ਤਾਕਤਾਂ ਹਾਸਲ ਕਰਨੀਆਂ ਨਹੀਂ ਵੀ ਕਿਸੇ ਨੂੰ ਪ੍ਰਭਾਵਿਤ ਕਰਨ ਵਾਸਤੇ ਕੁਝ ਤਾਕਤਾਂ ਸ਼ਕਤੀਆਂ ਹਾਸਲ ਕਰਨੀਆਂ, ਤੇ ਜਾਂ ਆਪਣੇ ਖੇਡ ਖਿਡੌਣੇ ਪਿੱਛੇ ਲੱਗਣਾ। ਬੜਾ ਨਜ਼ਾਰਾ ਆਉਂਦਾ ਵੀ ਸਮਾਧੀਆਂ ਚ ਬਹਿਣ ਦਾ, ਧਿਆਨਾਂ ਚ ਬਹਿਣ ਦਾ, ਗੁੜ ਕੇ ਪੋਥੀਆਂ ਪੜ੍ਹਨ ਦਾ ਬਹੁਤ ਨਜ਼ਾਰਾ ਆਉਂਦਾ। ਇਹ ਨਜ਼ਾਰਿਆਂ ਤੋਂ ਬਾਹਰ ਨਿਕਲ ਕੇ ਇਹ ਦੁਨੀਆ ਹੈ, ਜਿਸ ਦੁਨੀਆ ਵਿੱਚ ਸਤਿਗੁਰੂ ਜੀ ਸਾਨੂੰ ਪਰਮਾਤਮਾ ਦੇ ਮਾਰਗ ਤੇ ਚਲਾਉਣ ਦੀ ਹਦਾਇਤ ਕਰਦੇ, ਜਾਚ ਸਿਖਾਉਂਦੇ। ਪਰ ਅੱਜ ਤੱਕ ਮੈਨੂੰ ਦਿਸਿਆ ਹੀ ਨਹੀਂ, ਹੁਣ ਕੋਈ ਦਿਸਦਾ ਨਹੀਂ, ਕੋਈ ਵੀ ਨਹੀਂ।
ਹਾਂ ਚਾਲੇ ਪਏ ਹਲਕੀ ਹਲਕੀ ਬਹੁਤ ਦਿਖਦੇ। ਗੁਰਮਤਿ ਨੂੰ ਮੰਨਣ ਵਾਲੇ, ਗੁਰਮਤਿ ਨੂੰ ਸਮਝਣ ਵਾਲੇ, ਗੁਰਮੁਖ ਪਿਆਰੇ ਜਿਹੜੇ ਸਹਿਜ ਦੇ ਮਾਰਗ ਤੇ ਚੱਲਦੇ, ਗੁਰਮੁਖ ਗੁਰੂ ਦੀ ਮੱਤ ਲੈ ਕੇ ਚੱਲਣ ਵਾਲੇ ਗੁਰਮੁਖ ਦਿਸਦੇ। ਪਰ ਜੇ ਕੋ ਆਖੇ ਮੈਂ ਇਸ ਮਾਰਗ ਤੇ ਜਿਸ ਤਰ੍ਹਾਂ ਸਤਿਗੁਰਾਂ ਨੇ ਹਦਾਇਤਾਂ ਕੀਤੀਆਂ ਚੱਲ ਪਏ, ਆਠ ਪੈਰ ਪ੍ਰਮਾਤਮਾ ਦਾ ਨਾਮ ਜਪਣਾ 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 ਤੇ ਉਹ ਯਾਦ ਕਰਨਾ ਕਰਨਾ, ਕੋਈ ਕੰਪਲੇਂਟ ਨਹੀਂ, ਕੋਈ ਸ਼ਿਕਵਾ ਨਹੀਂ, ਕੋਈ ਸ਼ਿਕਾਇਤ ਨਹੀਂ, ਕੁਝ ਵੀ ਮੰਗਣਾ ਨਹੀਂ, ਕੁਝ ਵੀ ਮੰਗਣਾ ਨਹੀਂ, ਕੁਝ ਵੀ ਮੰਗਣਾ ਨਹੀਂ, ਕੁਝ ਵੀ ਮੰਗਣਾ ਨਹੀਂ, ਤੇ ਬਿਲਕੁਲ ਆਸਾ ਹੀ ਬਿਲਕੁਲ ਪੋਚਾ ਹੀ ਫੇਰ ਦੇਣਾ ਆਸਾ ਮਨਸਾ ਤੇ। ਕਿੰਨੇ % ਹੋਣ ਗਏ? ਕਮ ਸੇ ਕਮ ਜੇ ਮੈਂ ਆਪਣੇ ਆਪ ਦਾ ਹਿਸਾਬ ਲਾਵਾਂ ਤਾਂ ਮੈਂ ਤੇ ਨਹੀਂ, ਮੈਂ ਤੇ ਇਸ ਰੇਸ ਵਿੱਚੋਂ ਬਾਹਰ ਹਾਂ। ਕਮ ਸੇ ਕਮ ਜੇ ਮੈਂ ਆਪਣਾ ਇਹਦੇ ਵਿੱਚ ਨਾ ਰੱਖਾਂ ਤੇ ਮੈਂ ਇਹਦੇ ਵਿੱਚੋਂ ਬਾਹਰ, ਇਸ ਰੇਸ ਚੋਂ। ਉਹ ਤਾਂ ਕਿਤੇ ਕੁਦਰਤ ਮਾਲਕ ਨਿਰੰਕਾਰ ਸਿਰ ਤੇ ਹੱਥ ਰੱਖ ਦੇਵੇ, ਫੇਰ ਭਾਵੇਂ ਖੇਡ ਬਣ ਜਾਵੇ। ਚੌਥੇ ਪਦ ਕੋ ਜੇ ਮਨ ਪਤੀ ਆਏ, ਕਿਤਰ ਪਤਿਆਉਂਦਾ ਮਾਲਕ ਜੀ, ਬਸ ਵੇਖ ਲਿਆ ਤਮਾਸ਼ਾ, ਵੇਖ ਲਿਆ ਤਮਾਸ਼ਾ। ਨੌ ਤੇ ਸੱਸ ਲੜਦੀਆਂ ਲੜਦੀਆਂ ਲੜਦੀਆਂ, ਪਤਾ ਹੀ ਨਹੀਂ ਕਿੰਨੀ ਵਾਰੀ ਲੜਾਈ ਤੇ ਕਿੰਨੀ ਵਾਰੀ ਝਗੜਾ ਤੇ ਨਿੱਤ ਦੀ ਕਲੇਸ਼। ਇੱਕ ਦਿਨ ਆ ਕੇ ਅੱਕ ਕੇ ਨੌ ਕਹਿੰਦੀ ਵੇਖ ਲਿਆ ਤਮਾਸ਼ਾ, ਹੁਣ ਆਪਾਂ ਚੱਲੇ, ਵੇਖ ਲਿਆ ਤਮਾਸ਼ਾ ਤੇਰਾ, ਤੇ ਆਪਾਂ ਚੱਲੇ ਤੇਰਾ ਘਰ ਛੱਡ ਕੇ। ਇਸ ਸੰਸਾਰ ਦਾ ਤਮਾਸ਼ਾ ਜਿਸ ਨੇ ਵੇਖ ਲਿਆ, ਜਿਹੜਾ ਕਿ ਮੈਂ ਇਸ ਸੰਸਾਰ ਦਾ ਘਰ ਛੱਡ ਕੇ ਚੱਲਿਆ ਹਾਂ। ਚੌਥੇ ਪਦ ਕੋ ਜੇ ਮਨ ਪਤੀ ਆਏ, ਇਹ ਸੰਸਾਰ ਦੁੱਖਾਂ ਦਾ ਘਰ ਹੈ, ਇਹ ਸੰਸਾਰ ਦੁੱਖਾਂ ਦਾ ਘਰ ਹੈ। ਤੇ ਮਨੇ ਨਾਉ ਸੋਈ ਜਨ ਜਾਏ, ਔਰ ਕਰਮ ਨਾ ਲੇਖੇ ਪਾਏ। ਹੋਰ ਕੋਈ ਵੀ ਕਰਮ ਲੇਖੇ ਵਿੱਚ ਨਹੀਂ ਪੈਂਦਾ, ਨਹੀਂ ਪੈਂਦਾ, ਕੋਈ ਵੀ ਕਰਮ ਲੇਖੇ ਚ ਨਹੀਂ ਪੈਂਦਾ। तो साढ़े तो पैंदे प्यारे ब्रह्म ज्ञान तद सफर, ब्रह्म ज्ञान तद सफर, ब्रह्म ज्ञान तद सफर, ब्रह्म ज्ञान तद सफर, ब्रह्म ज्ञान तद नहीं मिलता, नहीं मिलता। ਇਹਦੀ ਕੋਈ ਚਾਲ ਵੱਖਰੀ, ਭਗਤਾਂ ਦੀ ਚਾਲ ਨਰਾਲੀ, ਚਾਲਾਂ ਨਰਾਲੀ ਭਗਤਾਂ ਤੇਰੀ ਬੇਗੋ ਮਾਰਗ ਚੱਲਣਾ। ਲੱਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ, ਲੱਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ, ਲੱਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ। ਤੇ ਬਹੁਤ ਨਹੀਂ ਬੋਲਣਾ, ਬਹੁਤਾ ਕਰਮ ਲਿਖਿਆ ਨਾ ਜਾਏ। ਵੱਡਾ ਦਾਤਾ ਤਿਲ ਨਾ ਤਮਾਏ, केते मंगह जो दे पार, केते गणत नहीं विचार, केते खाब टुटे वकार, केते लैल मुकर पाहे, केते मूर्ख काहीं काहे। केते दुख भूख सदमार ए पिदात तेरी दतार, केते दुख भूख सदमार ए पिदात तेरी दतार, केते दुख भूख सदमार ए पिदात तेरी दतार। केते दुख भूख सदमार ਇਹ ਵੀ ਦਾਤ ਤੇਰੀ। ਜਿਸ ਦਿਨ ਅਸੀਂ ਇਹਨੂੰ ਦਾਤ ਦੱਸਣ ਲੱਗ ਪਏ ਦੁੱਖ ਦੇ ਵਿੱਚ ਵੀ, ਜਿਸ ਤਰ੍ਹਾਂ ਦਾ ਮਰਜ਼ੀ ਦੁੱਖ ਹੋਵੇ ਤੇ ਉਹਦੀ ਮਸਤੀ ਵਿੱਚ ਚੱਲਣ ਲੱਗ ਪਏ। ਜਿਸ ਦਿਨ ਕੰਪਲੇਂਟ ਕਰਨੋਂ ਹਟ ਗਏ, ਕਿਸੇ ਵੀ ਦੁੱਖ ਦੀ ਕੰਪਲੇਂਟ ਨਹੀਂ, ਕਿਸੇ ਵੀ ਭੁੱਖ ਦੀ ਕੰਪਲੇਂਟ ਨਹੀਂ, ਕਿਸੇ ਕੰਮ ਰੁਕੇ ਦੀ ਕੰਪਲੇਂਟ ਨਹੀਂ, ਕਿਸੇ ਤਰ੍ਹਾਂ ਦੀ ਕੋਈ ਖੇਡ ਐਸੀ ਨਹੀਂ ਜਿਹਦੇ ਵਿੱਚ ਜਾ ਕੇ ਆਪਾਂ ਪਰਮਾਤਮਾ ਨੂੰ ਕਹਿ ਸਕੀਏ ਹੈ ਪਰਮਾਤਮਾ। ਸਾਨੂੰ ਕੋਈ ਕੰਪਲੇਂਟ ਨਹੀਂ, ਸਾਨੂੰ ਕੁਝ ਵੀ ਨਹੀਂ ਚਾਹੀਦਾ। ਵੀ ਕੱਲ ਨੂੰ ਦੇ ਦੇंगे ਕੀ ਆ। ਰੱਬ ਜੀ ਭਗਵਾਨ ਜੀ ਕੁਝ ਵੀ ਨਹੀਂ ਚਾਹੀਦਾ, ਕੋਈ ਕੰਪਲੇਂਟ ਨਹੀਂ, ਕੋਈ ਸ਼ਿਕਵਾ ਨਹੀਂ, ਕੋਈ ਸ਼ਿਕਾਇਤ ਨਹੀਂ। ਤੇ ਫਿਰ ਬਾਬਾ ਪੇਪਰ ਪਾਏਗਾ। ਜਦੋਂ ਹੀ ਤੁਸੀਂ ਇੰਨੀ ਗੱਲ ਕਹੋਗੇ ਅੰਦਰੋਂ, ਜਦੋਂ ਹੀ ਤੁਸੀਂ ਇੰਨੀ ਗੱਲ ਕਹੋਗੇ, ਇੱਕ ਵਾਰੀ ਤੁਹਾਡੇ ਅੰਦਰੋਂ ਨਿਕਲੀ ਨਹੀਂ ਤੇ ਪੇਪਰ ਆ ਕੇ ਡਿੱਗਾ ਨਹੀਂ ਤੇ ਫਿਰ ਤੁਸੀਂ ਰੋਏ ਨਹੀਂ। ਮੈਂ ਵੀ ਵਿੱਚ ਹੀ, ਕੋਈ ਵੀ ਹੋਵੇ, ਇਹ ਸਾਰੇ ਜਣੇ ਇਤਰੇ ਬ੍ਰਹਮ ਗਿਆਨੀ ਬਣੇ ਜਿਹੜੇ ਬ੍ਰਹਮ ਗਿਆਨਤਾ ਦੇ ਸਬਰ ਤੱਕ ਚੱਲੇ। ਜਿਸ ਦਿਨ ਅੰਦਰੋਂ ਆਵਾਜ਼ ਆ ਗਈ ਗੁਰੂ ਜੀ ਤੇਰੀ ਜਿਹੜੀ ਬਾਣੀ ਨਾ ਬਿਲਕੁਲ ਸੱਚੀ, ਕਿ ਆਪਾਂ ਅੱਜ ਤੋਂ ਬਾਅਦ ਕੋਈ ਸ਼ਿਕਵਾ, ਕੋਈ ਸ਼ਿਕਾਇਤ, ਕੋਈ ਕੰਪਲੇਂਟ ਨਹੀਂ। ਭਾਵੇਂ ਦੁੱਖ ਦੇਈ ਜਾ, ਭਾਵੇਂ ਸੁੱਖ ਦੇਈ ਜਾ, ਦੁੱਖ ਦੇਈ ਚੱਲ, ਭਾਵੇਂ ਸੁੱਖ ਦੇਈ ਚੱਲ। ਉਹ ਫਿਰ ਹਲਕਾ ਜਿਹਾ ਦੁੱਖ ਦੇ ਕੇ ਵੇਲਾ ਇਹ ਝੂਠ ਬੋਲਦਾ ਕਿ ਸੱਚ ਬੋਲਦਾ। ਤੇ ਜਦੋਂ ਦੁੱਖ ਆਇਆ 2 ਦਿਨ, 4 ਦਿਨ, 8 ਦਿਨ, 10 ਦਿਨ, ਮਹੀਨਾ, 2 ਮਹੀਨੇ, 4 ਮਹੀਨੇ, 6 ਮਹੀਨੇ, 8, 10 ਸਾਲ ਡਿੱਗ ਪੈਂਦਾ ਫਿਰ ਕੱਟੇ ਤਰ੍ਹਾਂ। ਕਿਹੜੇ ਰੱਬ ਨੂੰ ਮੰਨਦੇ? ਇੱਥੇ ਜਾ ਕੇ ਬਹੁਤ ਜ਼ਿਆਦਾ ਬੰਦੇ ਬਿਲਕੁਲ ਨਾਸਤਕ ਹੀ ਹੋ ਜਾਂਦੇ, ਨਾਸਤਕ ਹੀ। ਉਹ ਕਹਿੰਦੇ ਕਿਹੜਾ ਰੱਬ,
ਕਿਹੜਾ ਰੱਬ, ਕਿੱਥੇ ਰੱਬ? ਰੱਬ ਨੂੰ ਫਰਕ ਕੋਈ ਨਹੀਂ ਪੈਂਦਾ ਕਿ ਫਕਰ ਦਾ ਚੇਲਾ ਫਿਰ ਤੈਨੂੰ ਆਪ ਆਵਾਜ਼ ਮਾਰੇ, ਅਗਲਾ ਆਖੇ ਨਹੀਂ ਯਾਰ ਆ ਜਾ ਆਪਾਂ ਸੁਲਾ ਕਰ ਲਈਏ। ਰੱਬ ਨੂੰ ਤਾਂ ਇਹੋ ਜਿਹਾ ਫਿਕਰ ਹੀ ਨਹੀਂ, ਉਹਨੂੰ ਕੋਈ ਚਿੰਤਾ ਨਹੀਂ। ਉਹਦਾ ਜੇ ਸੰਸਾਰ ਵਿੱਚ ਥੱਕ ਗਿਆ, ਤੈਨੂੰ ਕੁਛ ਨਹੀਂ ਚਾਹੀਦਾ ਤੇ ਫਿਰ ਆ ਜਾ ਮੇਰੇ ਕੋਲੇ। ਜੇ ਅਜੇ ਕਿਸੇ ਤੈਨੂੰ ਕੋਈ ਤ੍ਰਿਸ਼ਨਾ ਬਾਕੀ ਹੈ, ਤੈਨੂੰ ਕੁਝ ਨਾ ਕੁਝ ਚਾਹੀਦਾ, ਤੇਰੀ ਕੋਈ ਆਸਾ, ਤੇਰੀ ਕੋਈ ਮਨਸਾ, ਤੇਰੀ ਕੋਈ ਚਾਹਤ ਬਾਕੀ ਹੈ, ਤੂੰ ਅਜੇ ਕੁਛ ਚਾਹੁੰਦਾ ਤੇ ਫਿਰ ਉਹ ਪ੍ਰਾਪਤ ਕਰ ਲੈ ਜੋ ਤੈਨੂੰ ਚਾਹੁੰਦਾ। ਜੋ ਤੂੰ ਚਾਹੁੰਦਾ ਹੈ ਉਹਨੂੰ ਹੰਢਾ ਲੈ, ਜੋ ਕੁਝ ਚਾਹੁੰਦਾ ਹੈ ਉਸ ਨੂੰ ਹੰਢਾ ਲੈ ਉਸ ਨੂੰ, ਜੋ ਕੁਝ ਚਾਹੁੰਦਾ ਹੈ ਉਸ ਨੂੰ ਹੰਢਾ ਲੈ। ਤੇ ਜਦੋਂ ਹੰਢੂ ਕੇ ਥੱਕ ਤਕਾ ਜਾਵੇਂਗਾ, ਜਿਸ ਦਿਨ ਤੈਨੂੰ ਇਹ ਸੰਸਾਰ ਝੂਠਾ ਦਿਸੇਗਾ, ਇਹ ਜਗ ਧੂਏ ਕਾ ਪਹਾੜ, ਉਸ ਦਿਨ ਇਹ ਬ੍ਰਹਮ ਗਿਆਨਤਾ ਦਾ ਸਫ਼ਰ ਸ਼ੁਰੂ ਹੋਣਾ। ਕਿਹੜੀਆਂ ਸਮਾਧੀਆਂ, ਕਿਹੜੀਆਂ ਪਲਕਾਂ ਮਾਰਨੀਆਂ ਸਮਾਧੀਆਂ 'ਚ, ਕਿਹੜੇ ਧਿਆਨਾਂ 'ਚ ਬਹਿਣਾ, ਕਿਹੜੇ ਮਤਿਆਂ 'ਚ ਧਿਆਨ ਧਰਨੇ, ਕਿਹੜੀਆਂ ਪੋਤੀਆਂ, ਕਿਹੜੇ ਗੁੜ ਕੇ ਤੇ ਆ ਜਿਹੜੀ ਆਸਾ ਦਾ ਮਗਰ ਰੱਖਿਆ ਢੇਰ, ਆਸਾ ਦਾ ਢੇਰ ਰੱਖਿਆ ਜਿਹੜਾ। ਕੋਈ ਅੰਨਾ ਰੱਸਾ ਵੱਟ ਰਿਹਾ, ਪੁਰਾਣਾ ਜ਼ਮਾਨਾ, ਅੰਨਾ ਰੱਸਾ ਵੱਟੀ ਜਾਂਦਾ ਤੇ ਪਿੱਛੇ ਇੱਕ ਵੱਛਾ ਬੰਨਿਆ ਹੋਇਆ, ਉਹ ਵੱਟੀ ਜਾ ਰਿਹਾ ਤੇ ਉਹ ਖਾਧੀ ਜਾ ਰਿਹਾ, ਉਹ ਵੱਟੀ ਜਾ ਰਿਹਾ ਤੇ ਉਹ ਖਾਧੀ ਜਾ ਰਿਹਾ। ਦੂਸਰੀ ਉਦਾਹਰਨ ਕੀ ਦਿੱਤੀ, ਖੂਹ ਜੋੜਿਆ, ਖੂਹ ਜੋੜ ਕੇ ਇੱਕ ਖੇਤ ਦੇ ਵਿੱਚ ਜਿਹਦੇ ਵਿੱਚ ਵੇਲਾਂ ਲੱਗੀਆਂ ਹੋਈਆਂ, ਵੇਲ ਆਪਾਂ ਜਾਣਦੇ ਮਾਂ ਦੀਆਂ ਵੇਲਾਂ ਕਹਿ ਲਓ, ਖਰਬੂਜਿਆਂ ਦੀਆਂ ਵੇਲਾਂ ਕਹਿ ਲਓ, ਵੇਲਾਂ ਲੱਗੀਆਂ ਹੋਈਆਂ। ਜਿਹੜੀਆਂ ਵੇਲਾਂ ਲੱਗੀਆਂ ਹੋਈਆਂ ਉਹਨਾਂ ਨੂੰ ਪਾਣੀ ਦਿੱਤਾ, ਬਲਦ ਸਾਰੀ ਦਿਹਾੜੀ ਜੋਏ, ਜੋ ਕਿ ਉਹਨਾਂ ਨੂੰ ਪਾਣੀ ਦਿੱਤਾ, ਸੁੱਕਦੀਆਂ ਹਰੀਆਂ ਹੋਈਆਂ ਤੇ ਸ਼ਾਮਾਂ ਨੂੰ ਥੱਕ ਗਿਆ ਤੇ ਬਲਦ ਮਾੜਾ ਜਿਹਾ ਕਿਸੇ ਚੀਜ਼ ਨਾਲ ਬੰਨ੍ਹ ਕੇ ਤੇ ਆਪ ਸੌਂ ਗਿਆ। ਜਾਂ ਹੀ ਸੌਂਦਾ ਤੇ ਬਲਦ ਖੁੱਲ ਜਾਂਦਾ, ਉਹਨੂੰ ਭੁੱਖ ਬਹੁਤ ਲੱਗੀ ਹੁੰਦੀ। ਭੁੱਖ ਲੱਗੀ ਕਾਰਨ ਉਹ ਜਿਹੜੀਆਂ ਵੇਲਾਂ ਸਾਨੂੰ ਖਾ ਜਾਂਦਾ, ਵੇਲਾਂ ਖਾ ਜਾਂਦਾ। ਮਿਹਨਤ ਕੀਤੀ ਕਰਾਈ ਐਵੇਂ ਖੂਜ ਪੈ ਗਈ, ਮਿਹਨਤ ਕੀਤੀ ਕਰਾਈ ਖੂਜ ਪੈ ਗਈ। ਬਸ ਇਹੋ ਹੀ ਸਾਡੀ ਧਰਮ ਦੀ ਦੁਨੀਆ ਹੈ। ਅਸੀਂ ਚਾਹੇ ਜਿੰਨੇ ਮਰਜ਼ੀ ਪਾਠ ਕਰ ਲਈਏ ਤੇ ਜਿੰਨਾ ਮਰਜ਼ੀ ਧਰਮ ਦਾ ਆਡੰਬਰ ਕਰ ਲਈਏ, ਰੱਬ ਤਾਂ ਮਿਲ ਨਹੀਂ ਸਕਦਾ ਐਵੇਂ। ਤੇ ਨਾਲ ਦੀ ਨਾਲ ਫਿਰ ਇੱਧਰੋਂ ਆਸਾ ਰੱਖੀ ਤੇ ਨਾਲ ਦੀ ਨਾਲ ਖਤਮ। ਨਾਲ ਹੀ ਆਪਾਂ ਇੱਕ ਦਿਨ ਸਵਾਲ ਕੀਤਾ ਸੀ, ਮੰਨ ਕੇ ਚੱਲੋ ਜੇ ਰੱਬ ਮਿਲ ਜਾਵੇ ਤੇ ਰੱਬ ਤਾਂ ਫਿਰ ਮੰਗਾਂਗੇ ਕੀ? ਬਹੁਤ ਜ਼ਿਆਦਾ ਤੇ ਵੈਸੇ ਹੀ ਬੌਂਦਲੇ ਰਹੇ ਨੇ, ਕੋਈ ਪਤਾ ਹੀ ਨਹੀਂ ਲੱਗਾ ਕੀ ਮੰਗਾਂਗੇ, ਕੀ ਮੰਗਾਂਗੇ। ਬਹੁਤਿਆਂ ਨੂੰ ਤੇ ਪਤਾ ਹੀ ਨਹੀਂ ਲੱਗਾ ਕਿ ਬਹੁਤਿਆਂ ਨੂੰ ਸਵਾਲ ਦਾ ਵੀ ਨਹੀਂ ਪਤਾ ਲੱਗਾ। ਬੜਾ ਮੈਂ ਆਨਲਾਈਨ ਵੀ ਵੇਖਿਆ, ਦੋ ਬੰਦੇ ਵਿੱਚੋਂ ਦੋ ਬੰਦਿਆਂ ਨੇ ਸਹੀ ਸਵਾਲ ਦਾ ਜਵਾਬ ਦਿੱਤਾ ਵੀ ਜਦੋਂ ਰੱਬ ਹੀ ਮਿਲ ਪਿਆ ਤੇ ਫਿਰ ਉਦੋਂ ਅੱਗੇ ਕੀ ਮਿਲਣਾ, ਰੱਬ ਤੋਂ ਅੱਗੇ ਕੀ ਮੰਗ ਲਾਂਗੇ। ਰੱਬ ਤੋਂ ਅੱਗੇ ਕੁਝ ਆਇਆ, ਮੰਨ ਕੇ ਚੱਲੋ ਸਾਡੇ ਰੱਬ ਅੱਗੇ ਸਾਹਮਣੇ ਆ ਜਾਵੇ, ਮਹਾਂਪ੍ਰਕਾਸ਼ ਰੂਪ ਵਿੱਚ ਦਰਸ਼ਨ ਹੋ ਜਾਣ ਤੇ ਰੱਬ ਤੋਂ ਫਿਰ ਮੰਗੀਏ ਕੀ? ਤੇ ਜਿਆਦਿਆਂ ਨੇ ਕੋਈ ਆਂਦਾ ਖਾਲਿਸਤਾਨ ਬਣਾ ਦੇ ਸਾਡਾ ਬਾਬਾ, ਕੋਈ ਆਂਦਾ ਸਰਬੱਤ ਦਾ ਭਲਾ ਕਰ ਦੇ ਬਾਬਾ, ਕੋਈ ਆਂਦਾ ਮੈਂ ਪੰਜ ਬਾਣੀਆਂ ਦਾ ਨਿਤ ਨੇਮੀ ਹੋ ਜਾ ਬਾਬਾ। ਦੋ ਬੰਦੇ ਵਿੱਚੋਂ ਦੋ ਬੰਦੇ ਜਿਹੜੇ ਸੋਝੀਵਾਨ, ਸੋਝੀ ਰੱਖਣ ਵਾਲੇ, ਉਹ ਕਹਿੰਦੇ ਜੇ ਰੱਬ ਹੀ ਮਿਲ ਪਵੇ, ਮੰਨ ਕੇ ਚਲੋ ਜੇ ਰੱਬ ਮਿਲ ਪਵੇ ਤੇ ਉਦੋਂ ਅੱਗੇ ਕੀ ਹੋਣਾ? ਉਦੋਂ ਅੱਗੇ ਵੀ ਕੁਛ ਹੈ ਵੀ ਜਿਹੜਾ ਉਹਦੇ ਕੋਲ ਮੰਗ ਲਈਏ ਵੀ ਰੱਬਾ ਬਾਕੀ ਹੋਰ ਕੁਛ ਰਹਿ ਗਿਆ ਉਹ ਵੀ ਦੇ ਦੇ। ਜਦੋਂ ਉਹਨੇ ਦਰਸ਼ਨ ਹੀ ਦੇ ਦਿੱਤੇ, ਜਦੋਂ ਰੱਬ ਹੀ ਮਿਲ ਪਿਆ ਤੇ ਰੱਬ ਤੋਂ ਅੱਗੇ ਕੀ? ਉੱਥੇ ਸਬਰ ਰੱਖਣਾ, ਉੱਥੇ ਸੰਤੋਖ ਰੱਖਣਾ, ਉੱਥੇ ਸਹਿਜ ਰੱਖਣਾ, ਉੱਥੇ ਧੀਰਜ ਰੱਖਣਾ, ਉੱਥੇ ਟਿਕਾਊ ਰੱਖਣਾ। ਤੇ ਰੱਬ ਮਿਲਦਾ ਵੀ ਉਹਨਾਂ ਨੂੰ ਜਿਹੜੇ ਸਹਿਜ ਰੱਖਦੇ, ਜਿਹੜੇ ਧੀਰਜ ਰੱਖਦੇ, ਜਿਹੜੇ ਟਿਕਾਊ ਰੱਖਦੇ, ਤੇ ਜਿਹੜੇ ਲੜਦੇ ਤੇ ਝਗੜਦੇ ਤੇ ਮੰਗਦੇ ਤੇ ਮੰਗਦੇ ਤੇ ਮੰਗਦੇ, ਉਹਨਾਂ ਨੂੰ ਰੱਬ ਨਹੀਂ ਮਿਲਦਾ, ਉਹਨਾਂ ਨੂੰ ਰੱਬ ਨਹੀਂ ਮਿਲਦਾ। ਜਿਨ੍ਹਾਂ ਨੂੰ ਰੱਬ ਮਿਲਦਾ ਉਹ ਫਿਰ ਅੰਦਰ ਦੇ ਬਿਆਨ ਕਰਦੇ, ਅੰਦਰ ਦੇ ਬਹੁਤ ਖਜ਼ਾਨੇ ਪੁੱਟ ਕੇ ਲਿਆਉਂਦੇ। ਸਤਿਗੁਰੂ ਜੀ ਕਹਿੰਦੇ ਉਸ ਜਮਨ ਕਾਲ ਜੋਗੀ ਸਿਵ ਕੀਓ, ਉਸ ਜਿਹੜਾ ਜੋ ਪਰਮਾਤਮਾ ਹੈ, ਜਿਹੜਾ ਰੱਬ ਹੈ, ਜਿਹੜਾ ਖੁਦਾ ਹੈ, ਜਿਹੜਾ ਵਾਹਿਗੁਰੂ ਜੀ ਨੇ, ਉਹਨੇ शिव जी होना बनाया, ਉਹਦਾ नाम जप जप के शिव जी होनी बने, ब्रह्मे होनी बने, विष्णु होनी बने, देवते बने, देवियां बने, फक्कर बने, फकीर बने, भूत बने, प्रेत बने, और पिशाच बने, पता ही नहीं की कुछ बने। रब का नाम जप जप के जां कोई शब्द किसी शब्द की आराधना करके
वेदराज ब्रह्मा जो थी ते ब्रह्मे होना ने वेद रचे बड़ी दूर ਉਹਦਾ ਨਾਮ ਜਪਦਿਆਂ ਡੰਗਾਈਆਂ ਵਿੱਚ ਗਏ ਤੇ ਡੰਗਾਈਆਂ ਵਿੱਚ ਜਾ ਕੇ ਕੀ ਕੀਤਾ वेद रचे ਉਥੋਂ ਨਿਕਲੇ ਜਾ ਕੇ ਜਮਨ ਕਾਲ ਸਭ ਲੋਕ ਸਵਾਰਾ ਤੇ ਪ੍ਰਮਾਤਮਾ ਵਾਹਿਗੁਰੂ ਜੀ ਨੇ ਸਾਰੇ ਦੇ ਸਾਰਾ ਜਿੰਨਾ ਵੀ ਲੋਕ ਹੈ ਇਸ ਨੂੰ ਸਵਾਰਿਆ ਤੇ ਸੰਗਾਰਿਆ ਨਮਸਕਾਰ ਹੈ ਤਾਂ ਹੀ ਹਮਾਰਾ ਤੇ ਜਿਸ ਨੇ ਇਸ ਸੰਸਾਰ ਨੂੰ ਸਵਾਰਿਆ ਤੇ ਸ਼ਿੰਗਾਰਿਆ ਇੱਕ ਨਿਰੰਕਾਰ ਨਿਰਆਕਾਰ ਮੇਰਾ ਉਸ ਨੂੰ ਨਮਸਕਾਰ ਹੈ ਮੇਰਾ ਉਸ ਨੂੰ ਨਮਸਕਾਰ ਹੈ ਸਤਿਗੁਰੂ ਜੀ ਕਹਿੰਦੇ ਮੇਰਾ ਉਸ ਨੂੰ ਨਮਸਕਾਰ ਹੈ ਧਰਮ ਪਿਆਰਿਓ ਕੋ ਖੇਡ ਹੋਰ ਧਰਮ ਕੋਈ ਖੇਡ ਹੋਰ ਇਹ ਸਾਡੇ ਵੱਸ ਦਾ ਰੋਗ ਨਹੀਂ ਜੇ ਆਪਾਂ ਇਹਨਾਂ ਬ੍ਰਹਮ ਗਿਆਨੀਆਂ ਦੀ ਖੇਡ ਕਰੀਏ ਵੀ ਅਸੀਂ ਵੀ ਜਾਕੀਏ ਵੀ ਬ੍ਰਹਮ ਗਿਆਨੀ ਬਣ ਜਾਈਏ ਜੇ ਸਾਡਾ ਵੀ ਦਿਲ ਕਰ ਆਵੇ ਪਹਿਲੀ ਗੱਲ ਦਿਲ ਕਰਦਾ ਹੀ ਨਹੀਂ ਪਹਿਲੀ ਗੱਲ ਦਿਲ ਕਰਦਾ ਹੀ ਨਹੀਂ ਤੇ ਜਿਹਦਾ ਕਰਦਾ ਉਹ ਕੰਨਾਂ ਦੀ ਟੀ ਟੀ ਸੁਣਨ ਨੂੰ ਕਰੇਗਾ ਸਵਾਦ ਲੈਣ ਨੂੰ ਬ੍ਰਹਮ ਗਿਆਨਤਾ ਨਹੀਂ ਇੱਥੇ ਤੇ ਮਰਨਾ ਪੈਂਦਾ ਇੱਥੇ ਪਹਿਲਾਂ ਮਰਨਾ ਪੈਂਦਾ ਤੇ ਫਿਰ ਇਹ ਬ੍ਰਹਮ ਗਿਆਨੀ ਤੇ ਨੇੜੇ ਤੇੜੇ ਵੀ ਨਹੀਂ ਜਾ ਸਕਦੇ ਜਿੱਥੋਂ ਤੱਕ ਇਹ ਅਵਸਥਾ ਮਿਲਦੀ ਸਾਰਿਆਂ ਨੂੰ ਇਸ ਸ੍ਰਿਸ਼ਟੀ ਦੀ ਜੀ ਉੱਚੀ ਅਵਸਥਾ ਕੋਈ ਇਨਸਾਨ ਪ੍ਰਾਪਤ ਕਰ ਸਕਦਾ ਉਹ ਹੈ ਬ੍ਰਹਮ ਗਿਆਨਤਾ ਇਸ ਸ੍ਰਿਸ਼ਟੀ ਦੀ ਸਾਰਿਆਂ ਨੂੰ ਕੀਮਤੀ ਸਾਰਿਆਂ ਨੂੰ ਉੱਚੀ ਪਦਵੀ ਐਸ ਸ੍ਰਿਸ਼ਟੀ ਦੀ ਸਾਰਿਆਂ ਨਾਲੋਂ ਉੱਚੀ ਪਦਵੀ ਜੇ ਕੋਈ ਹੈ ਤੇ ਉਹ ਹੈ ਬ੍ਰਹਮ ਗਿਆਨਤਾ ਉਹ ਹੈ ਬ੍ਰਹਮ ਗਿਆਨਤਾ ਤੇ ਬ੍ਰਹਮ ਗਿਆਨਤਾ ਮਿਲਦੀ ਨਹੀਂ ਐਵੇਂ ਜਿੰਨਾ ਚਿਰ ਮੰਗਾ ਆਪਾਂ ਅੱਗੇ ਰੱਖੀ ਮੰਗੀਏ ਤੇ ਮੰਗੀਏ ਤੇ ਜੇ ਆਪਾਂ ਆਖੀਏ ਵੀ ਆਪਾਂ ਮੰਗਣੋਂ ਹਟ ਜਾਵਾਂਗੇ ਆਪਣੀ ਮਨ ਜਿਹੜੀ ਮਾਨਸਿਕ ਅਵਸਥਾ ਬਦਲ ਜਾਵੇਗੀ ਤੇ ਬਦਲ ਨਹੀਂ ਸਕਦੀ ਇਹ ਬਦਲ ਨਹੀਂ ਸਕਦੀ ਕਿਉਂਕਿ ਆਪਣੇ ਜ਼ੋਰ ਨਾਲ ਨਹੀਂ ਨਾ ਬਦਲ ਸਕਦੀ ਜ਼ੋਰ ਨਾਲ ਜੀਵਨ ਮਰਨਾ ਜ਼ੋਰ ਨਾਲ ਰਾਜ ਮਾਲ ਮਨਸੂਰ ਜ਼ੋਰ ਨਾਲ ਸੁਰਤ ਗਿਆਨ ਵਿਚਾਰ ਜ਼ੋਰ ਨਾਲ ਜੁਗਤੀ ਛੁੱਟੇ ਸੰਸਾਰ ਜੇ ਤਾਂ ਜ਼ੋਰ ਕਰ ਵੇਖੀ ਸੋਈ ਨਾਨਕ ਉਤਮ ਨੀਚ ਨ ਕੋਏ ਇਹ ਤੇ ਨਾ ਕੋਈ ਉਤਮ ਹੈ ਨਾ ਕੋਈ ਨੀਚ ਹੈ ਸਭ ਉਸ ਦੇ ਬੰਦੇ ਖਲਕਤ ਦੇ ਉਸ ਖਾਲਕ ਦੇ ਸਭ ਬੰਦੇ ਚਾਹੇ ਕੋਈ ਦੇਵੀ ਚਾਹੇ ਕੋਈ ਦੇਵਤਾ ਚਾਹੇ ਕੋਈ ਫਕਰ ਚਾਹੇ ਕੋਈ ਫਕੀਰ ਚਾਹੇ ਕੋਈ ਭੂਤ ਚਾਹੇ ਕੋਈ ਪ੍ਰੇਤ ਚਾਹੇ ਕੋਈ ਪਿਸ਼ਾਚ चाहे कोई अजराइल चाहे कोई सहकाइल चाहे कोई महकाइल चाहे कोई जैकाइल चाहे 33 करोड़ सहायक 1.25 लाख सहायक होना दे चाहे कोई इंसान आम ते चाहे कोई इंसान खास वो सब उसदे बंदे जो जो किसी ने मेहनत करके जो जो किसी ने मंगया उन्हें वो दिता देंदा दे लेंदे तक पाहे ते जुगा जुगंतर खाही काए जुगा जगंतरां तो असीं खांदे आ रहे हां ये ब्रह्म ज्ञानता की है ਛੁੱਟ ਕੇ ਚੱਲ ਜਾਣਾ ਇਸ ਖਲਾਰੇ ਚੋਂ ਇਸ ਝਮੇਲੇ ਵਿੱਚੋਂ ਬਾਹਰ ਨਿਕਲ ਕੇ ਨਿਰੰਕਾਰ ਦੇ ਦੇਸ਼ ਪਹੁੰਚ ਜਾਣਾ ਵਾਹਿਗੁਰੂ ਜੀ ਦੇ ਦੇਸ਼ ਪਹੁੰਚ ਜਾਣਾ ਵਾਹਿਗੁਰੂ ਦਾਤਾ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦੇ ਦੇਸ਼ ਪਹੁੰਚ ਜਾਣਾ ਬੇਗਮਪੁਰਾ ਸ਼ਹਿਰ ਕੋਲ ਆਉਂ ਕਿ ਉਹਦਾ ਦੇਸ਼ ਹੈ ਕਿੱਥੇ ਕਿੰਨੀ ਕੁ ਦੂਰ ਹੋਏਗਾ ਉਹਦਾ ਦੇਸ਼ ਹੈਗਾ ਕਿੱਥੇ ਕਿੰਨੀ ਕੁ ਦੂਰ ਹੋਏਗਾ ਕਿਵੇਂ ਸੁਚਿਆਰਾ ਹੋਈਏ ਤੇ ਕਿਵੇਂ ਕੂੜੇ ਟੁੱਟੇ ਪਾਲ ਪੜਦਾ ਸਾਡੇ ਤੇ ਰੱਬ ਦੇ ਵਿੱਚ ਜੇ ਕੋਈ ਪੜਦਾ ਹੈ ਤੇ ਜੇ ਕੋਈ ਦੂਰੀ ਹੈ ਤੇ ਉਹ ਹੈ ਭੰਬੀਰੀ ਦੇ ਖੰਭ ਜਿੰਨੀ ਬਸ ਸੈਨੀ ਹੋਈ ਸਿਲਕ ਦੇ ਕੱਪੜੇ ਜਿੰਨੀ ਬਸ ਸੈਨੀ ਉਹ ਸਾਡੀ ਸਾਰੀ ਸੁਣਦਾ ਹੁੰਦਾ ਤੇ ਸਾਰਾ ਕੁਝ ਵੇਖਦਾ ਹੁੰਦਾ ਕੀ ਤਮਾਸ਼ਾ ਕਰ ਰਿਹਾ ਕਿ ਸਾਰੀ ਦੀ ਸਾਰੀ ਦੁਨੀਆ ਝੂਠਾਂ ਦੇ ਉੱਤੇ ਟਿਕੀ ਹੋਈ ਤੇ ਵਿੱਚ ਮੈਂ ਵੀ ਝੂਠਾਂ ਦੇ ਟਿਕੇ ਹੋਇਆ ਕਿਤੇ ਮੈਂ ਬਾਹਰ ਨਹੀਂ ਸਾਰੀ ਦੀ ਸਾਰੀ ਦੁਨੀਆ ਝੂਠਾਂ ਦੇ ਟਿਕੀ ਤੇ ਮੈਂ ਵੀ ਝੂਠਾਂ ਦੇ ਟਿਕਿਆ ਝੂਠ ਤੋਂ ਬਿਨਾਂ ਤਾਂ ਗੱਡੀਆਂ ਚੱਲਦੀਆਂ ਹੀ ਨਹੀਂ ਵੇਖ ਲੈਣਾ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਆਪਣੇ ਜੀਵਨ ਨੂੰ ਟੋਹ ਲੈਣਾ ਕਿੰਨਾ ਕੁ ਚਿਰ ਜਿਹੜਾ ਸਿਲਸਿਲਾ ਹੈ ਆਪਣਾ ਸੱਚ ਤੇ ਚੱਲਦਾ ਸੱਚ ਕੂੜਿਆ ਮਾਬਸ ਸੱਚ ਚੰਦਰਮਾ ਦੀ ਸੇ ਨਹੀਂ ਕਹਿ ਚੜਿਆ ਸੱਚ ਦਾ ਤੇ ਚੰਦਰਮਾ ਕਿਤੇ ਨਹੀਂ ਦੀਦਾ ਤੇ ਕੂੜ ਦੀ ਜਿਹੜੀ ਹੈ ਕਾਲੀ ਗੋਲੀ ਹਨੇਰੀ ਰਾਤ ਛਾਈ ਹੋਈ ਹੈ ਸੋ ਪਿਆਰੇ ਧਰਮ ਬੜਾ ਇੱਕ ਅਲੱਗਾ ਜਿਹਾ ਵਿਸ਼ਾ ਹੈ ਧਰਮ ਤੁਜਾ ਇਹ ਬੜਾ ਅਲੱਗਾ ਜਿਹਾ ਵਿਸ਼ਾ ਹੈ ਜੋ ਕੁਝ ਅਸੀਂ ਮੰਗਦੇ ਹਾਂ ਮਿਲਦਾ ਕਿਸੇ ਨੂੰ ਪੋਥੀਆਂ ਪੜ੍ਹ ਕੇ ਮਿਲਦਾ ਬਿਲਕੁਲ ਮਿਲਦਾ ਕੋਈ ਦੋ ਰਾਇ ਨਹੀਂ ਕਿਸੇ ਨੂੰ ਕਿਸੇ ਗੁਰਧਾਮ ਤੇ ਜਾ ਕੇ ਮਿਲਦਾ ਕੋਈ ਹਜੂਰ ਸਾਹਿਬ ਚੱਲ ਜੇ ਉੱਥੋਂ ਮਿਲਦਾ ਕੋਈ ਅਨੰਦਪੁਰ ਸਾਹਿਬ ਚੱਲ ਜੇ ਉੱਥੋਂ ਮਿਲਦਾ ਆ ਫਕਰਾਂ ਫਕੀਰਾਂ ਕੋਲੋਂ ਵੀ ਮਿਲਦਾ ਵੇਖ ਲੈਣਾ ਦੇਵੀ ਦੇਵਤਿਆਂ ਕੋਲੋਂ ਵੀ ਮਿਲਦਾ ਹਰਮੰਦਰ ਸਾਹਿਬ ਜਾਈਏ ਉੱਥੋਂ ਵੀ ਮਿਲਦਾ ਮੱਕੇ ਮਦੀਨਿਓਂ ਮਿਲਦਾ ਬਿਲਕੁਲ ਮਿਲਦਾ ਕੋਈ ਦੋ ਰਾਇ ਨਹੀਂ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਮਿਲਦਾ ਪਰ ਜੋ ਕੁਝ ਮਿਲਦਾ ਹੈ ਉਹ ਸੰਸਾਰੀ ਹੈ ਇੱਕ ਸੰਸਾਰੀ
ਜਿਹਦੇ ਅੰਦਰ ਅਜੇ ਮੰਗ ਹੈ, ਮੰਗਦਾ ਜਿਹੜਾ ਮੰਗਦਾ ਸੰਸਾਰੀ ਕੁਝ ਵੀ ਮੰਗਦਾ ਚਾਹੋ ਉਹਨੂੰ ਕੀ ਕਹਿੰਦੇ ਸੰਸਾਰੀ। ਇੱਕ ਭੰਡਾਰੀ ਹੈ ਜਿਹੜਾ ਦਿੰਦਾ ਵੰਡਦਾ, ਚਾਹੇ ਉਹ ਵਿਦਿਆ ਵੰਡਦਾ ਫ੍ਰੀ ਵਿੱਚ, ਚਾਹੇ ਉਹ ਵਿਦਿਆ ਵੰਡਦਾ ਫ੍ਰੀ ਵਿੱਚ, ਚਾਹੇ ਉਹ ਗਿਆਨ ਵੰਡਦਾ ਫ੍ਰੀ ਵਿੱਚ, ਚਾਹੇ ਉਹ ਕਿਸੇ ਦਾ ਕੋਈ ਲੰਗਰ ਪਾਣੀ ਦਾ ਪ੍ਰਬੰਧ ਕਰਦਾ ਫ੍ਰੀ ਵਿੱਚ, ਫ੍ਰੀ ਵਿੱਚ ਜਿਹੜਾ ਦਿੰਦਾ, ਚਾਹੇ ਕੋਈ ਕਿਸੇ ਸਥਾਨ ਤੇ ਜਾਂ ਕੋਈ ਬਾਹਰ ਲੰਗਰ ਲਾਉਂਦਾ ਜਾਂ ਕੋਈ ਕਿਸੇ ਤਰ੍ਹਾਂ ਦਾ ਵੀ ਕਿਸੇ ਦੀ ਸਹਾਇਤਾ ਕਰਦਾ ਤੇ ਉਹਦੇ ਪਿੱਛੇ ਉਹਦਾ ਮਕਸਦ ਕੋਈ ਨਹੀਂ ਹੁੰਦਾ, ਪ੍ਰੇਮ ਨਾਲ ਕਰਦਾ, ਪ੍ਰੇਮ ਨਾਲ। ਭੰਡਾਰੀ ਇੱਕ ਲਾਏ ਦੀ ਬਾਣ ਤੇ ਇੱਕ ਦੇ ਦਿਮਾਗ ਵਿੱਚ ਐ ਹੁੰਦੇ ਵੀ ਬਸ ਸ਼ਾਮਾਂ ਪੈਂਦੀਆਂ ਤੇ ਕੁੱਕੜ ਦਾ ਧੌਣ ਕੁੱਕੜ ਦੀ ਕਦੋਂ ਨਿਬੇੜੀਏ ਤੇ ਨਾਲ ਬੋਤਲ ਆ ਜੇ, ਰੋਜ਼ ਦਾ ਇੱਕ ਭੜਕਾਉਣਾ ਹੀ ਭੜਕਾਉਣਾ। ਤੇ ਫਿਰ ਉਦੋਂ ਵੀ ਅੱਗੇ ਜ਼ਾਲਮ ਅੰਦਰ ਦੇ ਅਰਾਧੇ, ਹਿਟਲਰ ਵਰਗੇ, ਔਰੰਗਜ਼ੇਬ ਵਰਗੇ, ਹਲਾਕੂ ਵਰਗੇ, ਚੰਗੇਜ਼ ਖਾਂ ਵਰਗੇ, ਜਿਨ੍ਹਾਂ ਨੂੰ ਬੰਦਿਆਂ ਨੂੰ ਮਾਰ ਕੇ ਬੜੀ ਖੁਸ਼ੀ ਪ੍ਰਾਪਤ ਹੁੰਦੀ। 60 ਲੱਖ ਯਹੂਦੀ ਮਾਰਿਆ ਹਿਟਲਰ ਨੇ।